बिस्मिल्लाहिर्रहमानिर्रहीम अस्सलाम वालेकुम रहमतुल्लाहि व बरकातहू। जी आए ਨੂੰ ਪੰਜਾਬੀ ਤਬਸਰੇ 'ਚ ਸਾਡੇ ਨਾਲ ਅੱਜ ਫਖਰ ਭਾਈ ਨੇ। ਇਹਨਾਂ ਨਾਲ ਅਸੀਂ ਅੱਜ ਸਵਾਲ ਜਵਾਬ ਕਰਾਂਗੇ ਮਿਰਚਾਂ ਦੇ ਬਾਰੇ 'ਚ, ਜਿਹੜੀਆਂ ਪਾਕਿਸਤਾਨ ਦੇ ਕਿਸਾਨਾਂ 'ਤੇ ਜ਼ਵਾਲ ਆਇਆ ਪਿਆ। ਅੱਲਾ ਕਰੇ ਉਹ ਖੁਸ਼ਹਾਲੀ 'ਚ ਬਦਲ ਜਾਏ। ਤੇ ਜੀ अस्सलाम वालेकुम फखर भाई, की हाल जे? ਵਾਲੇਕੁਮ अस्सलाम। फखर भाई, ਮਿਰਚਾਂ ਦੀ ਕੀ ਕਹਾਣੀ ਹੈ? ਸਰ ਜੀ ਹੁਣ ਸਾਰਿਆਂ ਬੰਦਿਆਂ ਨੇ ਕਹਿਣਾ ਵੀ ਇਹ ਸਾਰੇ ਸਵਾਲ ਇਹਨੇ ਇਕੱਠੇ ਕੀਤੇ ਨੇ, ਜਿਹੜੇ ਮਸਾਇਲ ਨੇ, ਲੇਕਿਨ ਹਕੀਕਤ ਇਹੀ ਹੈ ਕਿ ਜ਼ਿਮੀਂਦਾਰਾਂ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਜੀ। ਫਿਰ ਉਹੀ ਗੱਲ ਹੈ, ਮੈਂ ਪਿਛਲੇ ਵੀਲਾਗ ਦੇ ਵਿੱਚ ਵੀ ਦੱਸਿਆ ਕਿ ਸਿੰਧ ਵੱਲ ਹਰ ਚੀਜ਼ ਪਹਿਲੇ ਹੋ ਜਾਂਦੀ ਹੈ मौसम की वजह तो, ਮੌਸਮ ਦੀ ਵਜ੍ਹਾ ਤੋਂ। और कुछ ज़मीनें ऐसे ने, कुछ पानी ने, को पहलू मदद ਸਰ ज़्यादा है। ਹੁਣ ਮਿਰਚ ਦਾ ਵੀ ਇਹੀ ਹਿਸਾਬ ਹੈ ਕਿ ਪਿੱਛੋਂ ਜਿਹੜਾ ਸਿੰਧ ਵੱਲੋਂ ਜਲਦੀ ਆ ਜਾਂਦੀ ਹੈ ਉਹਦਾ ਰੇਟ ਜ਼ਿਆਦਾ ਹੈ, ਜਦੋਂ ਅੱਗੇ ਆਉਂਦੀ ਹੈ ਤੇ ਇੱਥੇ ਆ ਕੇ ਰੇਟ ਘਟ ਗਿਆ। ਹੁਣ ਗੌਰਮੈਂਟ ਨੇ ਆਪਣਾ ਡੰਡਾ ਦਿੱਤਾ ਹੈ, ਉਹਨਾਂ ਦਾ ਵੀ ਮੈਂ ਵੇਖ ਰਿਹਾ, ਉਹ ਰੇਟ ਚੈੱਕ ਕਰ ਰਹੇ ਨੇ ਔਰ ਉਹ ਜ਼ਿਆਦਤੀ ਕਰ ਰਹੇ ਨੇ ਕਿ ਅਗਰ ਪਿੱਛੋਂ ਕਾਸ਼ਤ ਮੰਨੂ ਪੈ ਰਹੀ ਹੈ 30 ਰੁਪਏ ਕਿਲੋ, ठीक ਠੀਕ ਹੈ, ਤੇ ਗੌਰਮੈਂਟ ਕਿਸ ਤਰ੍ਹਾਂ ਦੁਕਾਨਦਾਰ ਨੂੰ ਕਹਿੰਦੀ ਕਿ ਤੂੰ 50 ਰੁਪਏ ਵੇਚ, 30 ਰੁਪਏ ਮੈਂ ਦੇ ਰਿਹਾ, ਮੇਰੇ ਕੋਲ ਜਾ ਕੇ ਤੇ ਆੜਤੀ ਖਰੀਦ ਰਿਹਾ, ਆੜਤੀ ਅੱਗੇ ਵੇਚ ਰਿਹਾ 40 ਰੁਪਏ 45 ਰੁਪਏ, ਤੇ ਦੁਕਾਨਦਾਰ 50 ਰੁਪਏ ਕਿਸ ਤਰ੍ਹਾਂ ਵੇਚੇ? ਗੌਰਮੈਂਟ ਨੂੰ ਇਹ ਸੋਚਣਾ ਚਾਹੀਦਾ, ਉਹ ਨਹੀਂ ਸੋਚ ਰਹੀ। ਅੱਗੋਂ ਹੁਣ ਜਦੋਂ ਰੇਟ ਵੇਚਣ ਦੇ ਆ ਗਏ ਨੇ ਤੇ ਆੜਤੀ ਰੇਟ ਘੱਟ ਲਾ ਰਿਹਾ। ਬੜੀ ਦੁਨੀਆ ਨੇ ਸਬਜ਼ੀਆਂ ਆਪਣੀਆਂ ਵਾਹੀਆਂ ਨੇ, ਕਿਉਂ? ਰੇਟ ਕੋਈ ਨਹੀਂ। ਅੱਛਾ, ਮਜ਼ੇ ਦੀ ਗੱਲ ਹੈ, ਤੁਸੀਂ ਗੱਡੀਆਂ ਨੇ ਉਕਾੜੇ ਤੇ ਉੱਥੇ ਰੇਟ ਕੋਈ ਨਹੀਂ, ਲੇਕਿਨ ਜਦੋਂ ਉਹ ਆਉਣੀ ਹੈ ਇਸਲਾਮਾਬਾਦ ਤੇ ਰੇਟ ਡਬਲ ਟ੍ਰਿਪਲ ਤੇ ਵਿਕ ਰਹੀ ਹੈ। ਵਜ੍ਹਾ ਕੀ ਹੈ? ਤੇਲ ਮਹਿੰਗਾ, बिल्कुल। ट्रांसपोर्टेशन ਕਾਸਟ ਬਹੁਤ ਜ਼ਿਆਦਾ ਹੈ। बिल्कुल। ਫਿਰ ਮਜ਼ੇ ਦੀ ਗੱਲ ਹੈ ਕਿ ਅੱਗੇ ਸਬਜ਼ੀਆਂ ਜਾਂਦੀਆਂ ਸੀ ਮਾਰਕੀਟ ਦੇ ਵਿੱਚ ਪਲੀਆਂ ਦੇ ਵਿੱਚ, ਉਹ ਇਹ ਜਿਹੜੇ ਥੈਲੇ ਹੁੰਦੇ ਸੀ ਨਾ ਖਾਦ ਵਾਲੇ, जी जी, ਇਹ ਕੱਟ ਕੇ ਤੇ ਇਹਦੀਆਂ ਪਲੀਆਂ ਬਣਦੀਆਂ ਸੀ, ਉਹਨਾਂ ਦੇ ਵਿੱਚ ਜਾਂਦੀਆਂ ਹੀ ਸਬਜ਼ੀਆਂ, ਫਰੂਟ, ਇਹ ਉਹ। ਹੁਣ ਦੁਕਾਨ ਜਿਹੜਾ ਆੜਤੀ ਉਹ ਕਹਿੰਦਾ ਛਾਪਰ ਲੈ ਕੇ ਆਓ 5-5 ਕਿਲੋ ਦੇ, ठीक है। ਉਹ ਇੱਕ ਛਾਪਰ 10 ਰੁਪਏ ਦਾ ਪੈਂਦਾ, ओ ਠੀਕ ਹੈ। ਹੁਣ ਜਿਹੜਾ ਬੰਦਾ ਜਿਹਨੇ ਸਬਜ਼ੀ ਲਾਈ ਹੈ, ਜਿਹਨੇ ਮਿਰਚਾਂ ਲਾਈਆਂ ਨੇ, ਉਹ ਪਹਿਲੇ ਤੇ ਉਹਨਾਂ ਨੂੰ ਉਹਦਾ ਉੱਥੇ ਖਰਚਾ ਹੋ ਗਿਆ ਉੱਤੇ, जी, ਫਿਰ ਮਿਰਚਾਂ ਤੁੜਾਉਣ ਦਾ ਖਰਚਾ ਹੋ ਗਿਆ, ਫਿਰ ਉਹਦਾ ਛਾਪਰ ਦਾ ਖਰਚਾ ਹੋ ਗਿਆ, ਫਿਰ ਉਹਦਾ ਕਿਰਾਇਆ ਮੰਡੀ ਲੈ ਕੇ ਜਾਣ ਦਾ। ਹੁਣ ਜਦੋਂ ਉਹ ਮੰਡੀ ਲੈ ਕੇ ਜਾਂਦਾ ਤੇ ਉਹਦੀ ਕਾਸਟ ਵੀ ਪੂਰੀ ਨਹੀਂ ਹੁੰਦੀ, ਉਹਨੂੰ ਖਰਚਾ ਪੱਲਿਓ ਪੈ ਜਾਂਦਾ, बिल्कुल। ਅੱਗੋਂ ਖਰੀਦੀ ਨਹੀਂ ਜਾਂਦੀ, ਰੇਟ ਨਹੀਂ ਲੱਗਦਾ ਉਹਦੇ ਵਿੱਚ। ਹੁਣ ਮੇਰਾ ਤੇ ਇਹੀ ਮਸ਼ਵਰਾ ਜ਼ਿਮੀਂਦਾਰ ਨੂੰ ਕਿ ਤੁਸੀਂ ਲੈ ਖੋ ਕੇ ਸੁਕਾ ਲਓ, सही गल है। ਠੀਕ ਹੈ, ਨਾ ਭੇਜੋ। ਅਗਰ ਤੁਹਾਡਾ ਨਹੀਂ ਰੇਟ ਲੱਗ ਰਿਹਾ ਤਾਂ ਤੁਸੀਂ ਨਾ ਭੇਜੋ। ਚਲੋ ਕੁਝ ਜਿਹੜੇ ਭੇਜ ਰਹੇ ਨੇ ਉਹਨਾਂ ਦਾ ਰੇਟ ਤੇ ਲੱਗ ਜਾਏ ਨਾ, जी ਜਦੋਂ ਸ਼ਾਰਟ ਹੋਏਗੀ ਰੇਟ ਲੱਗੇਗਾ। बिल्कुल। ਤੁਸੀਂ ਉਹ ਖੋ ਕੇ ਸੁਕਾ ਲਓ। ਔਰ ਫਿਰ ਇਹ ਗੱਲ ਹੈ ਕਿ ਹੁਣ ਹਰ ਬੰਦੇ ਨੂੰ ਇਸ ਚੀਜ਼ ਦਾ ਆਈਡੀਆ ਨਹੀਂ। ਤੁਸੀਂ ਅਗਰ ਮਿਰਚ ਲੱਗ ਗਈ ਹੈ ਨਾ, ਉਹ ਅਗਰ ਤੁਸੀਂ ਖੋਂਦੇ ਨਹੀਂ ਤਾਂ ਬੂਟੇ ਦੀ ਗਰੋਥ ਰੁਕ ਜਾਏਗੀ, ठीक। ਉਹ ਤੁਸੀਂ ਖੋਣੀ ਹੈ। ਉਹ ਖੋ ਕੇ ਤੁਸੀਂ ਸੁਕਾ ਲਓ, ਸੁਕਾ ਕੇ ਵੇਚ ਲਓ। सही गल है। ਉਸ ਪਾਸੇ ਵੀ ਜ਼ਿਮੀਂਦਾਰ ਜਾਣ ਦੇ ਚੱਕਰ 'ਚ ਨਹੀਂ, ਕਿਉਂਕਿ ਉਹਦਾ ਰੇਟ ਵੀ ਕੋਈ ਬਹੁਤ ਅੱਛਾ ਨਹੀਂ। ओ ਲੇਕਿਨ ਚਲੋ ਇਹ ਕਿ ਨੁਕਸਾਨ ਹੋਣ ਨਾਲ ਤਾਂ ਬਿਹਤਰ ਹੈ ਨਾ। ਸ਼ਿਮਲਾ ਮਿਰਚ ਹੈ ਕਿ ਉਹ ਸੁੱਕ ਨਹੀਂ ਸਕਦੀ, ਉਹਨੂੰ ਬੰਦਿਆਂ ਨੇ ਵਾਹਿਆ। ਇਸੇ ਤਰ੍ਹਾਂ ਹੀ ਹੋਰ ਬੜੀਆਂ ਫਸਲਾਂ ਨੇ ਜਿਹੜੀਆਂ ਬੰਦੇ ਵਾਹ ਰਹੇ ਨੇ ਕਿ ਤੁਸੀਂ ਪਹਿਲੇ ਕੱਢਦੇ ਕਿਉਂ? ਅੱਗੂ ਸਾਡਾ ਰਹਿੰਦੀ ਖਾਂਦੀ ਕਸਰ ਕੋ ਅੱਲਾ ਵੱਲੋਂ ਹੀ ਹੈ। ਨੇਰੀਆਂ ਪੈਂਦੀਆਂ ਨੇ, ਉਹ ਅਰਸ਼ਾ ਉਡਾ ਕੇ ਪਰਾਂ ਮਾਰਦੀ। बिल्कुल। ਮੈਂ ਉਹ ਵੇਖ ਰਿਹਾ ਸੀ ਬੰਦੇ ਦਾ, ਉਹਦਾ ਕੋਈ 3 ਕਿੱਲੇ ਦਾ ਐਸੀ ਕਰੇਲਾ ਲੱਗਿਆ ਸੀ, ਉਹ ਨੇਰੀ ਆਈ ਹੈ, ਸਾਰਾ ਹੀ ਲੰਮਾ ਪੈ ਗਿਆ। ओ ਉਹਦਾ ਕੋਈ 1.5 ਲੱਖ ਦੇ ਫਿਰ ਦੁਬਾਰਾ ਉਹਨੇ ਬਾਂਸ ਲਾਏ ਨੇ, ਲੇਬਰ ਨੂੰ ਪੈਸੇ ਦਿੱਤੇ ਨੇ, ਦੁਬਾਰਾ ਖੜਾ ਕੀਤਾ ਕਿ ਚਲੋ ਮੇਰਾ ਖਰਚਾ ਤਾਂ ਨਿਕਲ ਪਿਆ ਨਾ। ਜ਼ਿਮੀਂਦਾਰ ਮਰ ਰਿਹਾ, ਗੌਰਮੈਂਟ ਨੂੰ ਅਸਰ ਨਹੀਂ ਹੋ ਰਿਹਾ।
ਦੇਖੋ ਤਾਂ ਮੈਂ ਤੁਹਾਨੂੰ ਪਤਾ ਪਹਿਲੇ ਨਹੀਂ ਗੌਰਮੈਂਟ ਸੋਚਦੀ ਹੀ ਨਹੀਂ ਜਾਂ ਸੁਣਦੀ ਨਹੀਂ ਜਾਂ ਸੁਣ ਪਰਵਾਹ ਹੀ ਨਹੀਂ ਹੈ। ਉਹਨਾਂ ਨੂੰ ਜ਼ਿਆਦਾ ਫਾਇਦਾ ਹੈ ਕਿ ਉਹ ਬਾਹਰੋਂ ਚੀਜ਼ ਖਰੀਦਣ, ਉਹਦੇ 'ਚ ਵੀ ਕਮਿਸ਼ਨ ਖਾਣ, ਠੀਕ ਹੈ ਨਾ, ਤੇ ਬਾਹਰੋਂ ਬਾਰੀ ਕਮਿਸ਼ਨ ਲੱਭ ਜਾਂਦਾ। ਤੁਸੀਂ ਜਿਹੜੀ ਚੀਜ਼ ਬਾਹਰੋਂ ਲੈਂਦੇ ਹੋ ਨਾ, ਜੇ ਉਹ ਤਾਂ ਜ਼ਾਹਿਰ ਡੀਲ ਹੋ ਜਾਂਦੀ ਉਹ ਚਾਹੁੰਦੀ ਮੇਰੇ ਖਿਆਲ 'ਚ ਜਿਹੜੇ ਹਾਲਾਤ ਬਣਾਈ ਜਾ ਰਹੇ ਨੇ, ਇਸ ਤਰ੍ਹਾਂ ਪਹਿਲੋਂ ਗੰਦਮ, ਫਿਰ ਹੋਰ ਚੀਜ਼ਾਂ ਵੀ ਜਿਹੜੀਆਂ ਨੇ ਤੁਸੀਂ ਤੇ ਉਹ ਚਾਹੁੰਦੇ ਹੋਣਗੇ ਕਿ ਸਾਰਾ ਸ਼ਾਇਦ ਬਾਹਰੋਂ ਹੀ ਆਵੇ, ਅਸੀਂ ਬਾਹਰੋਂ ਹੀ ਆਪਣਾ ਮੁਨਾਫਾ ਲੈ ਲਈਏ। ਲੇਕਿਨ ਇਸ ਤਰ੍ਹਾਂ ਮੁਲਕ ਨਹੀਂ ਚੱਲਦਾ। ਕਿਤਨਾ ਕਰਜ਼ਾ ਹੋ ਗਿਆ, 100 ਅਰਬ ਤੇ ਪਹੁੰਚ ਚੁੱਕੇ ਜੇ ਉੱਤੇ ਹੀ ਹੋਣਾ, ਥੱਲੇ ਨਹੀਂ ਹੋਣਾ। ਤੇ ਕਿਤਨਾ ਕੁ ਵਧਾਓਗੇ ਤੁਸੀਂ? ਇਤਨਾ ਕੁ ਵੱਧ ਜਾਏਗਾ ਕਿ ਐਂਡ ਤੇ ਫਿਰ ਕੁਛ ਬਚਣੀ ਨਹੀਂ ਜੇ। ਕਹਿੰਦੇ ਨੇ ਅਸੀਂ ਖਾ ਪੀ ਕੇ ਨਸ ਭੱਜ ਜਾਣਾ ਆਪਣੇ ਆਪਣੇ ਮੁਲਕਾਂ 'ਚ। ਬਿਲਕੁਲ ਆਵਾਮ ਜਾਣੇ ਤਾਂ ਉਹਨਾਂ ਦਾ ਕੰਮ ਨਹੀਂ, ਉੱਥੇ ਵੈਲ ਸੈਟਲ ਨੇ, ਆਪਣੀ ਸੈਟਿੰਗ ਸਾਰਿਆਂ ਨੇ ਕੀਤੀ ਹੈ। ਹਰ ਬੰਦੇ ਦੀ। ਤੁਹਾਡਾ ਜਿਹੜਾ ਇਹਨਾਂ ਦਾ ਚਪੜਾਸੀ ਹੈ, ਉਹਨਾਂ ਦੇ ਵੀ ਕਰੋੜਾਂ ਅਰਬਾਂ ਨਿਕਲ ਆਉਂਦੇ ਨੇ ਜੀ, ਤੇ ਉਹ ਤਾਂ ਸਾਰੇ ਸੈੱਟ ਨੇ। ਤੇ ਉਹ ਫਿਰ ਇਤਨੇ ਹਾਲਾਤ ਖਰਾਬ ਹੋ ਜਾਣੇ ਨੇ ਕਿ ਤੁਹਾਨੂੰ ਫਿਰ ਐਂਡ ਤੇ ਜਿਹੜੀ ਜ਼ਮੀਨ ਉਹ ਵੀ ਤੁਹਾਨੂੰ ਨਹੀਂ ਬਚਣੀ, ਮਾਲਕ ਕਿਸਾਨ ਨੂੰ, ਕਿ ਅਗਲੇ ਨੇ ਪੈਸੇ ਮੋੜਨੇ ਨੇ ਜਿਹਨਾਂ ਤੁਸੀਂ ਉਧਾਰ ਲੈ ਰਹੇ ਹੋ। ਲੈਣਾ ਹੀ ਲੈਣਾ। ਤੇ ਬਾਕੀ ਗਵਰਨਮੈਂਟ ਨੂੰ ਵੱਡੇ ਵੱਡੇ ਨਾ ਬਣਾ ਦੇਣੇ ਚਾਹੀਦੇ ਨੇ, ਜਿਸ ਤਰ੍ਹਾਂ ਇਤਨਾ ਹਰ ਚੀਜ਼ 'ਚ ਵੜ ਜਾਂਦੀ ਜਿਸ ਗੱਲ, ਜਾਂ ਤਾਂ ਹਰ ਬੰਦੇ ਨੂੰ ਫ੍ਰੀ ਹੈਂਡ ਦੇ ਦੇਣ। ਜੇ ਇਤਨਾ ਉਹਨਾਂ ਨੇ ਕੰਟਰੋਲ ਕਰਨਾ ਤੇ ਬਣਾ ਦੇਣ ਉਹ ਇੱਕ ਕੋਲਡ ਸਟੋਰੇਜ ਰੂਮ, ਉੱਥੇ 6-6 ਮਹੀਨੇ ਚੀਜ਼ ਰਹਿ ਸਕਦੀ ਹੈ। ਲੇਕਿਨ ਉਹ ਕਿੰਨੀ ਕੁ ਰੱਖੋਗੇ? ਹੈ ਹੀ ਜਦੋਂ ਫਾਲਤੂ ਹੈ ਤਾਂ ਰੱਖ ਕੇ ਕੀ ਕਰੋਗੇ? ਅੱਜ ਤੁਹਾਡੇ ਕੋਲ ਐਕਸਟਰਾ ਆ ਗਈ ਨਾ, ਤੁਸੀਂ ਅਗਲੇ ਨੂੰ ਬੰਦ ਰੋਕ ਦੋਗੇ ਬਈ ਅੱਜ ਤੋਂ ਬਾਅਦ ਅਸੀਂ ਜ਼ਿੰਮੇਦਾਰ ਨਹੀਂ ਜੇ, ਹੁਣ ਤੁਸੀਂ ਜੀ ਕੁਛ ਲਾਣੀ ਜੇ ਤੇ ਤੁਸੀਂ ਜਿਸ ਰੇਟ ਦੇ ਵੇਖੇ ਤੁਹਾਡੀ ਜ਼ਿੰਮੇਦਾਰੀ ਹੈ। ਤੁਸੀਂ ਇੱਕ ਗੱਲ ਹੈ ਨਾ ਜੀ ਸਰ, ਹੁਣ ਜਿਤਨੇ ਬੰਦਿਆਂ ਨੇ ਅੱਜ ਮਿਰਚ ਲਾਈ ਹੈ ਉਹ ਲੈ ਕੇ ਕੋਲਡ ਸਟੋਰੇਜ ਰੱਖ ਦਿੰਦੇ ਹੋ ਜੀ, ਫਿਰ ਕੀ ਹੋਏਗਾ? ਫਿਰ ਤੁਸੀਂ ਅਗਲੇ ਨੂੰ ਰੋਕ ਦਿਓ ਕਿ ਹੁਣ ਨਹੀਂ ਕਰਨੀ, ਤੇ ਉਹਨੂੰ ਅੱਗੂ ਤਾਂ ਮਿਰਚ ਹੋਣੀ ਨਹੀਂ ਨਾ। ਮਿਰਚ ਦਾ ਤਾਂ ਸੀਜ਼ਨ ਹੀ ਹੋਣਾ। ਮਿਰਚ ਜਿਹੜੀ ਮੇਨ ਹੈ ਉਹਦਾ ਤਾਂ ਸੀਜ਼ਨ ਹੀ ਹੋਣਾ ਨਾ, ਜਿਹੜਾ ਆਮ ਗਰੀਬ ਬੰਦੇ ਨੇ ਗੱਡੀ ਹੈ। ਬਿਲਕੁਲ, ਜਿਹੜੀ ਵੱਡਿਆ ਸੇਠਾਂ ਨੇ ਗੱਡੀਆਂ ਨੇ ਜਾਂ ਗੱਡਣੀਆਂ ਨੇ, ਉਹਨਾਂ ਨੂੰ ਵੇਚਣ ਦਾ ਮਸਲਾ ਹੀ ਕੋਈ ਨਹੀਂ। ਫਿਰ ਲੱਗਦਾ ਉਹਨਾਂ ਨੂੰ ਹਮੇਸ਼ਾ ਮਹਿਫੂਜ਼ ਕੀਤਾ ਜਾਂਦਾ, ਬਾਕੀ ਖਾਨ ਕਸਮਾਂ ਨੂੰ ਹਰ ਲਿਹਾਜ਼ ਨਾਲ ਹੈ, ਗੰਦਮ ਜਾਂ ਕੋਈ ਹੋਰ ਚੀਜ਼ ਹੈ। ਸਰ ਤੁਸੀਂ ਵੇਖੋ ਨਾ, ਹੁਣ ਤੁਹਾਡਾ ਵਜ਼ੀਰ ਖੁਰਾਕ ਕੌਣ ਹੈ ਪਤਾ ਹੈ? ਨਹੀਂ ਸਰ, ਜਦੋਂ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਵਜ਼ੀਰ ਕੌਣ ਹੈ, ਅਸੀਂ ਗੱਲ ਕਿਹਦੇ ਨਾਲ ਕਰੀਏ? ਆਮ ਆਵਾਮ ਨੂੰ ਤਾਂ ਪਤਾ ਹੀ ਨਹੀਂ ਕਿ ਕਿਹਦੇ ਨਾਲ ਜਾ ਕੇ ਗੱਲ ਕਰਨੀ ਹੈ। ਸਹੀ ਗੱਲ ਹੈ। ਉਹ ਜਿਹੜਾ 2-4 ਕਿੱਲੇ ਦਾ ਜ਼ਿਮੀਂਦਾਰ ਹੈ, 6 ਕਿੱਲੇ ਦਾ, ਉਹ ਤਾਂ ਥਾਣੇਦਾਰ ਨਾਲ ਜਾ ਕੇ ਗੱਲ ਨਹੀਂ ਕਰ ਸਕਦਾ। ਸਹੀ ਗੱਲ ਹੈ। ਠੀਕ ਹੈ, ਜਿਹੜੇ ਸਾਡੇ ਨੌਕਰ ਨੇ ਉਹਨਾਂ ਨਾਲ ਉਹ ਗੱਲ ਨਹੀਂ ਕਰ ਸਕਦੇ, ਤੇ ਕਿਸੇ ਨਾਲ ਕੀ ਕਰਨੀ ਹੈ? ਵਜ਼ੀਰ ਕਿੱਥੇ ਸੁਣਦਾ ਜੇ? ਸਹੀ ਗੱਲ ਹੈ। ਤੇ ਕਸੂਰ ਸਾਡਾ ਗਰੀਬਾਂ ਦਾ ਕਿ ਜਦੋਂ ਉਹ ਆ ਜਾਣ ਅਸੀਂ ਸਮਝਦੇ ਹਾਂ ਪਤਾ ਨਹੀਂ ਕਿਹੜਾ ਫਰਿਸ਼ਤਾ ਆ ਗਿਆ, ਬਾਹਰ ਖਲੋ ਕੇ ਅੱਗੇ ਜਨਾਬ ਸਲੂਟ ਵੱਜ ਰਹੇ ਨੇ, ਦਰਵਾਜ਼ੇ ਖੁੱਲ ਰਹੇ, ਲੱਖ ਲਾਨਤ ਤੁਹਾਡੇ ਤੇ। ਸ਼ਰਮ ਵਾਲੀ ਗੱਲ ਹੈ ਕਿ ਤੁਹਾਡਾ ਨੌਕਰ ਆਇਆ ਤੇ ਤੁਸੀਂ ਉੱਠ ਕੇ ਖਲੋਗੇ, ਦਰਵਾਜ਼ੇ ਖੋਲ ਰਹੇ ਹੋ। ਤੁਸੀਂ ਉਹਦੀ ਔਕਾਤ ਉਹਨੂੰ ਦੱਸੋ ਕਿ ਭਾਈ ਆਪੂ ਬੂਆ ਖੋਲ ਕੇ ਲੈ ਕੇ ਇੱਥੇ ਆਵਣਾ ਹੀ, ਤੇਰੀ ਗੱਡੀ ਦੀ ਮਿੱਟੀ ਉੱਡ ਕੇ ਸਾਡੇ ਤੇ ਨਾ ਪਵੇ, ਇਹਨੂੰ ਪਿੱਛਾ ਖੜਵਾ। ਫਿਰ ਉਹਨਾਂ ਨੂੰ ਵੀ ਪਤਾ ਹੋਵੇ ਕਿ ਅਸੀਂ ਇਹਨਾਂ ਲੋਕਾਂ ਕੋਲ ਜਾਣਾ ਤੇ ਇਹਨਾਂ ਸਾਡੀ ਇੱਜ਼ਤ ਕਰਨੀ ਹੈ, ਤੇ ਅਸੀਂ ਕਰਵਾਣੀ ਕੀ ਕਹਣੇ ਉਹਨਾਂ ਨੂੰ ਫਿਰ ਬੜਾ ਅੱਛੀ ਤਰ੍ਹਾਂ ਪਤਾ ਹੋਵੇਗਾ। ਸਹੀ ਗੱਲ ਹੈ। ਲੇਕਿਨ ਅਸੀਂ ਗੁਲਾਮ ਆ, ਅਸੀਂ ਗੁਲਾਮੀ ਚੋਂ ਨਹੀਂ ਨਿਕਲੇ। ਤੇ ਉਹ ਦੇਖੋ ਉਹਦੀ ਵਜ੍ਹਾ ਹੈ ਕਿ ਇਤਨਾ ਅਰਸਾ ਕਿਹੜਾ ਕਈ ਸਦੀਆਂ ਤੋਂ ਗੁਲਾਮੀ ਚਲੀ ਆ ਰਹੀ ਹੈ ਨਾ। ਆਫ ਕੋਰਸ ਅੱਜ ਦੀ ਤਾਂ ਨਹੀਂ ਦਬਾ ਕੇ ਰੱਖਿਆ ਨੇ। ਉਸ ਤੋਂ ਬਾਅਦ ਐਜੂਕੇਸ਼ਨ ਤੁਹਾਡਾ ਕੋਈ ਤਾਲੀਮੀ ਨਿਜ਼ਾਮ ਹੀ ਨਹੀਂ ਕਿ ਬੰਦਾ ਕਹੇ ਕਿ ਜੀ ਕਿਸੇ ਨੂੰ ਬਾਹਰ ਨਿਕਲਾਓਗੇ। ਸਿਰਖੋਤੀ ਦਾ ਹੋਣਾ, ਜਿੰਨੇ ਸਰਕਾਰੀ ਸਕੂਲ ਸੀ ਅਸੀਂ ਪ੍ਰਾਈਵੇਟ ਕਰ ਛੜੇ ਨੇ। ਬਿਲਕੁਲ, ਔਰ ਜ਼ੁਲਮ ਹੈ। ਪਹਿਲੂ ਮੇਰੇ ਖਿਆਲ 'ਚ 1 ਕਰੋੜ ਬੱਚਾ ਸਕੂਲੋਂ ਬਾਹਰ ਹੈ। 1 ਕਰੋੜ, ਹੁਣ ਜ਼ਿਆਦਾ ਹੋਣਾ ਨੇ, 10 ਮਿਲੀਅਨ ਸਰ ਜ਼ਿਆਦਾ ਹੋਣਾ ਨੇ। ਤੇ ਉਹ ਕਦੀ ਵੀ ਗਵਰਨਮੈਂਟ ਸਹੀ ਫਿਗਰ ਦਿੰਦੀ ਨਹੀਂ। ਸਹੀ ਗੱਲ ਹੈ। ਔਰ ਉਸ ਤੋਂ ਬਾਅਦ ਪੜ੍ਹੇ ਲਿਖੇ ਬੰਦੇ ਮੈਂ ਹੁਣ ਕਿਤਨਾ ਨੂੰ ਸੁਣ ਰਿਹਾ ਕਹਿੰਦੇ ਜੀ ਪੜ੍ਹਨੇ 'ਚ ਕੋਈ ਫਾਇਦਾ ਨਹੀਂ ਹੈ, ਇਹ ਨਹੀਂ ਵਾਲਾ ਕਿ ਤੁਹਾਡਾ ਜਿਹੜਾ ਪਹਿਲਾ ਬਾਕੀ ਮਜ਼ਹਬਾਂ ਦਾ ਮੈਨੂੰ ਨਹੀਂ ਪਤਾ, ਸਾਡੇ ਕੁਰਾਨ ਪਾਕ ਦਾ ਪਹਿਲਾ ਲਫ਼ਜ਼ ਹੀ ਇਕਰਾ ਹੈ, ਪੜ੍ਹ। ਜੇ ਤੂੰ ਕੁਰਾਨ ਪਾਕ ਦਾ ਨਾ ਮਾਨਾ ਸੇ ਨਾ, ਅਸੀਂ ਕੁਰਾਨ ਪਾਕ ਹੀ ਨਹੀਂ ਪੜ੍ਹਦੇ ਤਾਂ ਸਾਨੂੰ ਇਹ ਕਿਵੇਂ ਪਤਾ ਹੋਵੇ ਕਿ ਲਫ਼ਜ਼ ਕੀ ਹੈ ਪਹਿਲਾ ਜੀ। ਤੇ ਉਹ ਜੇ ਮਤਲਬ ਇਤਨਾ ਸਾਡੇ ਸੇ ਜ਼ਰੂਰੀ ਹੈ ਪੜ੍ਹਨਾ, ਤਾਂ ਕਿ ਮੁਸਲਮਾਨ ਜ਼ਿਆਦਾਤਰ ਇਸ ਪਾਸੋਂ ਹਟਾਈ ਜਾ ਰਹੇ ਨੇ ਕਿ ਦੁਨਿਆਵੀ ਕੰਮਾਂ 'ਚ ਆ ਜਾਓ, ਛੱਡ ਦਿਓ ਪੜ੍ਹਾਈ ਲਿਖਾਈ। ਕੋਈ ਚੀਜ਼ ਹੁੰਦੀ ਹੈ ਨਾ ਜੀ, ਫਿਰ ਉਹਦਾ ਪ੍ਰੈਕਟੀਕਲ ਹੁੰਦਾ ਐਂਡ ਤੇ ਪਤਾ ਹੈ ਨਾ। ਤੁਸੀਂ ਪੜ੍ਹੇ ਲਿਖੇ ਹੋ, ਮੈਂ ਤਾਂ ਸੁਣਿਆ ਜੀ, ਮੈਂ ਤਾਂ ਪੜ੍ਹਿਆ ਕੋਈ ਨਹੀਂ। ਪ੍ਰੈਕਟੀਕਲ ਦਾ ਵਜ੍ਹਾ ਕੀ ਹੁੰਦੀ, ਕਿਉਂ ਕਰਾਉਂਦੇ ਨੇ ਕਿ ਜੋ ਪੜ੍ਹਾਇਆ ਇਹਨੂੰ ਪਤਾ ਵੀ ਹੋਵੇ। ਹਾਂ ਜੀ ਬਿਲਕੁਲ, ਸਮਝੇ ਵੀ ਹੈ। ਅਸੀਂ ਅੱਜ ਕੱਲ ਆਨਲਾਈਨ ਚੱਲ ਰਹੇ ਆ ਸਾਰੇ,
ਆਨਲਾਈਨ ਬੱਚੇ ਕੁਰਾਨੇ ਪਾਕ ਪੜ੍ਹ ਰਹੇ ਨੇ, ਉਹ ਇੰਝ ਹੀ ਇੱਕ ਰੱਟਾ ਲਾਇਆ, ਸੁਣਾ ਲਿਆ, ਉਹਨਾਂ ਸੁਣ ਲਿਆ, ਅੱਗੂ ਦੇ ਛੜਿਆ ਸਬਕ, ਕੁਰਾਨੇ ਪਾਕ ਪੜ੍ਹ ਲਿਆ ਜੀ। ਪਿਛਲਾ ਬੱਚੇ ਨੂੰ ਯਾਦ ਕੋਈ ਨਹੀਂ, ਤਰਜਮੇ ਨਾਲ ਨਹੀਂ ਪੜ੍ਹਨਾ। ਸਮਝੋ ਉਹਨੂੰ ਹਰਫ ਬਹਰਫ। ਉਹ ਮਾਂ ਪਿਓ ਨਹੀਂ ਸਮਝਿਆ, ਮੈਂ ਨਹੀਂ ਸਮਝਿਆ, ਤੇ ਮੈਂ ਬੱਚਿਆਂ ਨੂੰ ਕੀ ਸਮਝਾਵਾਂ? ਚਲੋ ਇੱਕ ਵਜ੍ਹਾ ਸੀ, ਤੁਸੀਂ ਕਿਸੇ ਵਜ੍ਹਾ ਤੋਂ ਨਹੀਂ ਪੜ੍ਹ ਸਕੇ ਜਾਂ ਨਹੀਂ ਪੜ੍ਹਿਆ, ਲੇਕਿਨ ਤੁਹਾਡੇ ਕੋਲ ਇਸ ਟਾਈਮ 'ਤੇ ਅੱਲਾ ਨੇ ਤੁਹਾਨੂੰ ਹਰ ਕਿਸਮ ਦੀ ਸਹੂਲਤ ਦਿੱਤੀ, ਤੁਸੀਂ ਆਪਣੇ ਬੱਚਿਆਂ ਨੂੰ ਬਤਰਜਮਾ ਤਫਸੀਰ ਪੜ੍ਹਾ ਸਕਦੇ ਹੋ, ਸਮਝਵਾ ਸਕਦੇ ਹੋ, ਪੜ੍ਹਾ ਰਹੇ ਆ। ਮਤਲਬ ਮਿਸਾਲ ਦੇ ਨਾ ਕਿ ਇਸ ਦੌਰ ਦੇ ਵਿੱਚ ਇਹ ਮਸਲਾ ਨਹੀਂ ਰਿਹਾ। ਸਾਡੀ ਦੌੜ ਹੈ ਜਿਹੜੀ ਉਹ ਇੰਗਲਿਸ਼ ਵੱਲ ਜਾ ਰਹੀ ਹੈ। ਇੰਗਲਿਸ਼ ਸਭ ਤੋਂ ਸੌਖੀ ਜ਼ਬਾਨ ਜੇ, ਤੁਹਾਨੂੰ ਸੱਚੀ ਗੱਲ ਦੱਸਾਂ ਨਾ, ਜਿਤਨੀ ਜ਼ਬਾਨਾਂ ਨੇ ਇੱਥੇ ਕਿਤਨੇ ਅਮਰੀਕਾ 'ਚ ਅਨਪੜ੍ਹ ਬੰਦੇ ਨੇ ਜਿਹਨੂੰ ਕੋਈ ਨਹੀਂ ਆਉਂਦੇ, ਉਹ ਗੱਲ ਵੀ ਹੀ ਸ਼ੀ ਕਰਕੇ ਆਪਣਾ ਮਸਲਾ ਹੱਲ ਕਰ ਲੈਂਦੇ ਨੇ ਕਿ ਨਹੀਂ? ਆਪਾਂ ਹੀ ਸ਼ੀ ਕਰਦੇ ਨਾ, ਮਸਲਾ ਤਾਂ ਹੱਲ ਕਰ ਲੈਂਦੇ ਨੇ ਨਾ, ਪਰ ਉਹ ਗੱਲ ਫਿਰ ਸਵਾਦ ਨਹੀਂ ਨਾ ਹੁੰਦਾ, ਸਵਾਦ ਦੁਆਦ ਹੀ ਹੋ ਜਾਂਦਾ ਹੈ। ਮੇਰੇ ਜਿਹਾ ਬੰਦਾ ਇਹਨੂੰ ਸ਼ੀ ਪਿਆ ਆਖਦਾ, ਕਹਿੰਦੇ ਨੇ ਕਈ ਲੋਕ, ਤੁਸੀਂ ਕਿਹਨਾਂ ਨੇ ਵੇਖਿਆ ਹੋਣਾ, ਕੋਈ ਕੰਸਟਰਕਸ਼ਨ ਵਾਲੇ ਹੋ ਗਏ ਜਾਂ ਟੈਕਸੀ ਵਾਲੇ ਹੋ ਗਏ ਜਾਂ ਆਮ ਬੰਦੇ ਵੀ ਹੋ ਗਏ, ਸਾਰੇ ਹੀ ਕਰਨੇ। ਚਲੋ ਸਾਡੇ ਲੋਕ ਤੇ ਫਿਰ ਵੀ ਸ਼ਰਮ ਗੁਜ਼ਾਰਾ ਕਰਨੇ थे, जितने भी बाकी मुल्कों में पहले स्पेनिश हो गए या और कुछ यूरोपियन रशियन वगैरह, वो तो बिल्कुल नहीं बोल सकते। ਉਹ ਤਾਂ ਸਾਡੀ ਅੱਜ ਕੱਲ ਸਿੰਪਲ ਹਿਸਾਬ ਆਇਆ ਕਿ ਐਪ ਡਾਊਨਲੋਡ ਕਰੋ, ਉਹਦੇ ਆਪਣੀ ਜ਼ਬਾਨ ਬੋਲੋ ਜੀ, ਤੇ ਉਹ ਅਗਲੇ ਨੂੰ ਵਿਖਾਓ ਤੇ ਅਗਲਾ ਬੋਲੇ ਤੇ ਖੁਦ ਸੁਣ ਲਓ। ਚਾਈਨੀਜ਼ ਸਪੈਸ਼ਲੀ ਇਸ ਤਰ੍ਹਾਂ ਕਰਦੇ ਨੇ। ਨਹੀਂ, ਸਾਰੇ ਹੀ ਕਰਦੇ ਜੇ ਜੀ। ਮੈਂ ਇੱਥੇ ਜੌਬ ਕਰਦਾ ਸੀ ਸਿਕਿਉਰਿਟੀ ਤੇ, ਮੇਰਾ ਰਸ਼ੀਅਨ ਸੀ ਇੱਕ, ਜੀ ਉਜ਼ਬੇਕਿਸਤਾਨ ਦਾ, ਤੇ ਉਹਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਤੇ ਮੈਂ ਉਹਨੂੰ 4-5 ਦਿਨ ਲੈ ਕੇ ਆਉਂਦਾ ਰਿਹਾ ਤੇ ਲੈ ਕੇ ਜਾਂਦਾ ਰਿਹਾ, ਤੇ ਉਹ ਸਾਰੇ ਰਸਤੇ ਮੇਰੇ ਤੇ ਐਪ ਨਾਲ ਹੀ ਗੱਲ ਕਰਦਾ। ਸਹੀ ਹੈ ਨਾ। ਤੇ ਉਹ ਤਾਂ ਫਿਰ ਇਹੀ ਚੱਕਰ ਹੈ, ਬਹਰਹਾਲ ਕੁਰਾਨ ਪਾਕ ਪੜ੍ਹਨਾ ਚਾਹੀਦਾ, ਪੜ੍ਹਦਾ ਕੋਈ ਨਹੀਂ ਜੇ ਪਿਆ ਜੀ, ਸਾਰੇ ਰੱਟੇ ਲਾਉਂਦੇ ਜੇ ਪਏ, ਤਾਂ ਸਾਡੀ ਤਬਾਹੀ ਦੀ ਵਜ੍ਹਾ ਵੀ ਇਹੀ ਹੈ। ਉਹ ਅਸੀਂ ਕਹਿ ਰਹੇ ਸੀ, ਮੈਂ ਕਹਿੰਦੇ ਰੁਕ ਗਏ ਕਿ ਸਾਡੇ ਕਿਸਾਨਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਨਾ, ਉਹਨਾਂ ਨੇ ਅੱਲਾ ਨਾਲ ਤਜਾਰਤ ਛੱਡਤੀ ਹੈ, ਹੁਸ਼ਰ ਨਹੀਂ ਦਿੰਦੇ। ਬਿਲਕੁਲ ਨਹੀਂ, ਸਹੀ ਹੈ ਨਾ। ਉਹ ਫਿਰ ਜਿਸ ਅੱਲਾ ਦਾ ਪਾਰਟਨਰਸ਼ਿਪ ਖਤਮ ਹੋ ਜਾਏਗੀ ਤੇ ਫਿਰ ਤੁਸੀਂ ਸਿਰਫ ਦੁਨੀਆ ਦੇ ਖੁਦ ਰਹਿ ਜਾਓਗੇ, ਇਸ ਤਰ੍ਹਾਂ ਹੀ ਤੁਹਾਡਾ ਇਤਨਾ ਵੱਡਾ ਪਾਰਟਨਰ ਹੀ ਹਟ ਜਾਏਗਾ ਤੁਹਾਡੇ ਨਾਲੋਂ, ਤੇ ਫਿਰ ਨੁਕਸਾਨ ਹੀ ਹੋਣਾ ਹੈ। ਜਿਸ ਤੁਹਾਡਾ ਵੱਡਾ ਪਾਰਟਨਰ ਹਟ ਗਿਆ ਜਿਹਨੇ ਫਾਇਦਾ ਦੇਣਾ ਸੀ, ਜੇ ਅੱਲਾਹ ਤਾਲਾ ਕਹਿੰਦੇ ਇੱਕ ਦਿਓ ਤਾਂ 70 ਗੁਣਾ ਦੇ ਦੇਗਾ, ਇਹ 700 ਗੁਣਾ ਹੈ। ਕਿਉਂ ਵੀ ਮੌਲਾਨਾ? ਤਕਲੀਫ ਹੁੰਦੀ ਹੈ ਜ਼ਿਮੀਂਦਾਰਾਂ ਦੀ, ਸਾਡੇ ਉਹ ਭਰਾ ਨੇ ਜੀ ਬਿਲਕੁਲ, ਲੇਕਿਨ ਇੱਕ ਦੂਜੇ ਨਾਲ ਦੇਖੋ ਮੀਟਿੰਗ ਕਰਨਗੇ, ਕੀ ਕਰਨਾ ਹੈ, ਜਿਸ ਤਰ੍ਹਾਂ ਆਪਣੇ ਪਿੰਡ ਦੀ ਸਤਹ ਤੱਕ ਕਰ ਲਓ ਨਾ। ਸਿੰਪਲ ਜੀ ਗੱਲ ਹੈ, ਵੇਖਣਾ ਚਾਹੀਦਾ ਕਿ ਮਾਰਕੀਟ ਕਿਹੜੀ ਡਿਮਾਂਡ ਕਿਹਦੀ। ਚਲੋ ਠੀਕ ਹੈ ਜੀ, ਅੱਜ ਪ੍ਰੋਗਰਾਮ ਦਾ ਫਿਰ ਵਕਤ ਖਤਮ ਹੋ ਚੁੱਕਿਆ ਹੈ, ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ, ਤੇ ਅਗਲੇ ਪ੍ਰੋਗਰਾਮ 'ਚ ਇਨਸ਼ਾਅੱਲਾ ਮਿਲਾਂਗੇ। ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ।